ਜੈ ਮਾਤਾ ਦੀ ਜੀ। ਜੈ ਮਾਤਾ ਦੀ ਸਾਰੀ। ਜਿਹੜੀ ਮੈਂ ਗੱਲ ਹੁਣ ਤੁਹਾਨੂੰ ਦੱਸਣ ਲੱਗੀ ਹੈ, ਮੈਂ ਹਿੰਦੀ ਵੀ ਨਹੀਂ ਬੋਲ ਸਕਦੀ, ਪੰਜਾਬੀ ਵੀ ਨਹੀਂ ਬੋਲ ਸਕਦੀ, ਮੈਂ ਪਹਾੜੀ ਬੋਲਦੀ ਹੈ, ਪਰ ਮੈਂ ਫਿਰ ਵੀ ਪੰਜਾਬੀ 'ਚ ਬੋਲਣ ਦੀ ਕੋਸ਼ਿਸ਼ ਕਰਦੀ ਹੈ ਕਿ ਜੋ ਬੱਚਾ ਮਾਰਿਆ ਗਿਆ ਉਹਦੀ ਵੀਡੀਓ ਮੈਂ ਕੱਲ ਟੀਵੀ 'ਚ ਸਾਰਾ ਦਿਨ ਦਿਖਦੀ ਰਹੀ ਤੇ ਮੈਂ ਸਾਰਾ ਦਿਨ ਉਹੀ ਵੀਡੀਓ ਦੇਖੀ ਤੇ ਮੈਂ ਸਾਰਾ ਦਿਨ ਜਿਸ ਤਰ੍ਹਾਂ ਪੈ ਰਹੀ, ਜਿਸ ਤਰ੍ਹਾਂ ਕਿ ਇੱਕ कलेजे चो टुकड़ा माँ से निकला। वो हर एक माँ दी यही दुआ है कि वो हर माँ का पुत्र था, एक माँ का बेटा था। जितना दुख उसकी माँ को हुआ होगा उतना ही दुख हर माँ को महसूस हुआ होगा। पर हमें ऐसा नहीं करना चाहिए, हमें मिलजुल कर रहना चाहिए। हरे जिंदा रहते हैं तो लड़ भी सकते हैं, पर मार ही दिया तो वो फिर कैसे क्या मिलेगा। हमें प्यार भावना से रहना चाहिए। मैं यही सभी बच्चों को सिखाती हूँ कि ऐसा मत करो। मेरी ये दुआ है, भगवान से प्यार से रहो, चाहे हिंदू है, चाहे मुसलमान है, चाहे पंजाबिया है, चाहे कोई भी है, प्यार से रहो। भगवान ने अगर आपको भेजा है तो प्यार से रहने के लिए भेजा है। मेरी यही आप बच्चों के आगे हाथ जोड़कर विनती है, ऐसा मत करो। चाहे किसी भी माँ का बच्चा हो, माँ बाप का दुख कोई भी नहीं समझ सकता है। अरे आप तो बच्चे हैं, आप क्या समझ सकते हैं, ये तो एक माँ और बाप ही समझ सकते हैं। कैसे जिएंगे वो माँ बाप जिनका एक लौता बेटा वो छीन लिया गया उनसे। जय माता दी जी, सभी को जय माता दी। मैं और कुछ नहीं बोल सकती हूँ। जय माता दी। प्यार नाल रहो बच्चियों, प्यार नाल ही सब कुछ इत्थे रह जाना, कुछ नहीं नाल जाना। भगवान ने एक बार भेजे हैं इस इंसान का रूप बना के, तो सारे मिलजुल के रहो। बस मेरी यही दुआ है। जय माता दी। परिवार इस परिवार ਨੂੰ ਵੀ ਲਗਾਤਾਰ ਐਡਰੈਸ ਕਰ ਰਹੇ ਨੇ। ਸ਼ੁਕਰੀਆ ਅਦਾ ਕੀਤਾ ਜਾ ਰਿਹਾ ਹੈ ਕਿ ਅੱਜ ਇਹ ਵਿਸ਼ਾਲ ਪਰਿਵਾਰ ਉਹਨਾਂ ਦੇ ਪਰਿਵਾਰ ਦਾ ਹਿੱਸਾ ਬਣਿਆ ਕਿ ਉਹਨਾਂ ਦੇ ਪੁੱਤ ਨੂੰ ਇਹ ਅੰਤਿਮ ਵਿਦਾਈ ਦੇਣ ਦੇ ਲਈ ਇੱਥੇ ਆ ਉਮੜਿਆ। ਇਸ ਮਾਤਾ ਦਾ ਦਰਦ ਪੁੱਛਿਆ ਜਾਣਾ ਚਾਹੀਦਾ ਹੈ। ਇਸ ਪਿਓ ਦੇ ਹਿਰਦੇ ਦੀ ਵਿਥਾ ਇਸ ਵੇਲੇ ਕੋਈ ਸਮਝ ਨਹੀਂ ਪਾ ਰਿਹਾ, ਕੋਈ ਵੀ ਇਸ ਵੇਲੇ ਬਿਆਨ ਨਹੀਂ ਕਰ ਸਕਦਾ ਲਫ਼ਜ਼ਾਂ ਦੇ ਵਿੱਚ ਜੋ ਘਾਟ ਇਹਨਾਂ ਦੇ ਜੀਵਨ ਦੇ ਵਿੱਚ ਬਣ ਗਈ ਹੈ। ਇਹ ਜੋ ਘਾਟ ਇਸ ਵੇਲੇ ਮਹਿਸੂਸ ਕਰ ਰਹੇ ਹੋਣਗੇ ਉਸ ਨੂੰ ਲਫ਼ਜ਼ਾਂ ਦੇ ਵਿੱਚ ਨਹੀਂ ਬਿਆਨ ਕੀਤਾ ਜਾ ਸਕਦਾ। ਕੁਝ ਕੁ ਮਿੰਟਾਂ ਦਾ ਇਹ ਸਫ਼ਰ ਹੈ ਜਿਸ ਨੂੰ ਇੰਨਾ ਸਮਾਂ ਤੈਅ ਕਰਨ ਦੇ ਵਿੱਚ ਲੱਗ ਰਿਹਾ ਹੈ। ਤਾਂ ਤੁਸੀਂ ਦੇਖ ਰਹੇ ਹੋ, ਅੰਦਾਜ਼ੇ ਬਿਆਨ ਦੇਖ ਰਹੇ ਹੋ, ਕਿਉਂਕਿ ਉਸ ਸ਼ੇਰ ਪੁੱਤ ਨੂੰ, ਉਸ ਦਲੇਰ ਪੁੱਤ ਨੂੰ ਯਾਦ ਕਰ ਰਹੇ ਨੇ ਜਿਸਨੇ ਸਿਸਟਮ ਦੇ ਨਾਲ ਕਈ ਵਾਰ ਟੱਕਰਾ ਲਿਆ। ਆਪਣੇ ਗੀਤਾਂ ਰਾਹੀਂ ਕਈ ਅਜਿਹੀਆਂ ਹਕੀਕਤਾਂ ਐਸੇ ਕੋੜੇ ਸੱਚ ਬਿਆਨ ਕੀਤੇ ਕਿ ਕਈ ਵਾਰ ਉਸ ਦੇ ਲਈ ਉਹਨਾਂ ਨੂੰ ਲੀਗਲ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਪਰ ਇਹ ਕਲਮ ਰੁਕੀ ਨਹੀਂ, ਇਹ ਹੌਸਲੇ ਝੁਕੇ ਨਹੀਂ ਤੇ ਸ਼ਖਸੀਅਤ ਟੁੱਟੀ ਨਹੀਂ। ਅੱਜ ਉਸੇ ਹੌਸਲੇ ਦੇ ਨਾਲ ਇਹ ਪਿਓ तमाम इन्हां लोकां दा शुक्रिया अदा कर रहा है जिसे अपने प्यो दे, अपने पुत्र दे इस तरह चले जाण दे नाल टुटिया होया, सहमिया होया, एक खालीपन महसूस करदा होया पिता है, तां उत्थे ही अपने पुत नूं विदा करन दे लई आई इन्नी भीड़ नूं वेख के ਇੱਥੇ ਆ ਤਸਵੀਰ ਤੁਸੀਂ ਦੇਖ ਰਹੇ ਹੋ ਬੇहद ਹੀ ਭਾਵੁਕ, ਜਿੱਥੇ ਆਪਣੀ ਪੱਗ ਲਾ ਕੇ ਉਹਨਾਂ ਲੋਕਾਂ ਦਾ ਧੰਨਵਾਦ ਕਰਦਾ ਹੋਇਆ ਹੈ ਪਿਓ। ਇਹ ਵਾਕਈ ਹੀ ਇਹ ਤਸਵੀਰ ਬੇहद ਹੀ ਇੱਥੇ ਦਿਲ ਰਹੇ ਹੋ। ਇਹ ਤਸਵੀਰ ਬੇहद ਹੀ ਇੱਥੇ ਇਹ ਤਸਵੀਰ ਭਾਵੁਕ ਕਰਨ ਵਾਲੀ, ਜਿੱਥੇ ਇੱਕ ਪਿਓ ਨੇ ਆਪਣੀ ਪੱਗ ਲਾ ਕੇ ਇਹਨਾਂ ਲੋਕਾਂ ਦੇ ਚਰਨਾਂ ਦੇ ਵਿੱਚ ਧਰਨ ਦੀ ਇਹ ਕੋਸ਼ਿਸ਼, ਇਸ ਪਿਓ ਦੀ ਇੱਕ ਸ਼ੁਕਰੀਆ ਅਦਾ ਇਸ ਪਿਓ ਦਾ ਕਿ ਅੱਜ ਮੇਰੇ ਪੁੱਤ ਨੂੰ ਵਿਦਾਈ ਦੇਣ ਦੇ ਲਈ ਤੁਸੀਂ ਇੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਕ ਪਰਿਵਾਰ ਬਣ ਕੇ ਆਏ ਹੋ। ਸ਼ਬਦ ਇੱਥੇ ਮੁੱਕ ਰਹੇ ਨੇ, ਜ਼ਬਾਨ ਵੀ ਲੜਖੜਾ ਰਹੀ ਹੈ।
ਇਹ ਕਿੱਦਾਂ ਪੂਰਾ ਪੰਜਾਬ ਉਮੜਿਆ। ਇਹ ਤਸਵੀਰ ਤੁਸੀਂ ਦੇਖ ਰਹੇ ਹੋ। ਇਹ ਲੋਕ ਜਿਨ੍ਹਾਂ ਨੇ ਸ਼ਾਇਦ ਕਦੇ ਕੋਈ ਨਿਜਤਾ ਉਸ ਸ਼ਖਸ ਦੇ ਨਾਲ ਸਹੇੜੀ ਹੀ ਨਹੀਂ ਸੀ, ਇਹ ਲੋਕ ਜਿਨ੍ਹਾਂ ਨੇ ਕਦੇ ਉਸ ਸ਼ਖਸ ਨੂੰ ਮਿਲ ਕੇ ਉਹਦੇ ਨਾਲ ਕੋਈ ਨਿੱਜੀ ਸਾਂਝ ਨਹੀਂ ਪਾਈ, ਅੱਜ ਉਹ ਵੀ ਆਊਟ ਆਫ ਕੰਸਰਨ, ਆਊਟ ਆਫ ਰਿਸਪੈਕਟ ਇੱਥੇ ਪਹੁੰਚੇ ਨੇ ਇਸ ਪਰਿਵਾਰ ਦਾ ਸਾਥ ਦੇਣ ਦੇ ਲਈ, ਇਸ ਆਖਰੀ ਸਫ਼ਰ ਨੂੰ ਥੋੜਾ ਸੁਖਾਲਾ ਕਰਨ ਦੇ ਲਈ। ਹਾਲਾਂਕਿ ਇੱਥੇ ਇਸ ਮਾਪਿਓ ਦਾ ਇਸ ਦਰਦ ਸਮਝਿਆ ਜਾਣਾ ਚਾਹੀਦਾ ਹੈ, ਜਿਨ੍ਹਾਂ ਦਾ ਜਵਾਨ ਪੁੱਤ ਇਸ ਧਰਤੀ ਤੋਂ ਤੁਰ ਗਿਆ, ਇਸ ਦੁਨੀਆ ਤੋਂ ਤੁਰ ਗਿਆ, ਇਸ ਜਾਨ ਨੂੰ ਤੁਰ ਗਿਆ ਤੇ ਉਹਨਾਂ ਦਾ ਜਹਾਨ ਖਾਲੀ ਕਰ ਗਿਆ। ਹੱਥ ਜੋੜ ਕੇ ਇਹ ਮਾਂ-ਬਾਪ ਇਸ ਵੇਲੇ ਇਹਨਾਂ तमाम ਲੋਕਾਂ ਦਾ ਜਿੱਥੇ ਸ਼ੁਕਰੀਆ ਅਦਾ ਕਰ ਰਹੇ ਨੇ ਇਸ ਔਖੇ ਪਲ ਦੇ ਵਿੱਚ ਸਹਾਈ ਹੋਣ ਦੇ ਲਈ, ਉੱਥੇ ਹੀ ਇਹ ਦਸਤਾਰ ਉਤਾਰ ਕੇ ਪਿਤਾ ਸਵਾਲ ਕਰ ਰਹੇ ਸਰਕਾਰ ਨੂੰ ਕਿ ਅੱਜ ਤੁਸੀਂ ਸਹਾਈ ਹੋਣ ਵੀ ਨਹੀਂ ਆ ਸਕੇ ਇਸ ਦਰਦ ਦੇ ਵਿੱਚ। ਇਨਸਾਫ ਤਾਂ ਤੁਸੀਂ ਕਦੋਂ ਲੈ ਕੇ ਦੋਗੇ? ਅੱਜ ਦੇ ਇਸ ਪਲ ਦੇ ਵਿੱਚ ਸਹਾਈ ਹੋਣ ਤਾਂ ਆ ਸਕਦੇ ਸੀ, ਘੱਟੋ ਘੱਟ ਮੁੱਦੇ ਤੇ ਹੱਥ ਰੱਖ ਕੇ ਤਾਂ ਕਹਿ ਸਕਦੇ ਸੀ ਕਿ ਅਸੀਂ ਹੈਗੇ ਆ, ਅਸੀਂ ਇਨਸਾਫ ਦਿਵਾਵਾਂਗੇ। ਇਹ ਇਨਸਾਫ ਦਾ ਹੱਕ ਨਹੀਂ ਹੈ ਇਸ ਪਰਿਵਾਰ ਦਾ, ਜਿਨ੍ਹਾਂ ਨੇ ਸਟਾਰ ਪੰਜਾਬ ਨੂੰ ਦਿੱਤਾ ਕਿ ਪੁੱਤਰ ਪੰਜਾਬ ਦੇ ਨਾਮ ਕਰ ਦਿੱਤਾ। ਇਹ ਤਸਵੀਰ ਜੋ ਤੁਸੀਂ ਇਸ ਵੇਲੇ ਦੇਖ ਰਹੇ ਹੋ, ਇਹ ਤਸਵੀਰੀਅਤ ਇੱਥੇ ਖਤਮ ਹੁੰਦੀ ਜਾਪ ਰਹੀ ਹੈ। ਸਾਡੀ ਸਰਕਾਰ ਅੱਜ ਕਿਉਂ ਇੱਥੇ ਇਸ ਪਿਤਾ ਨੂੰ ਜਵਾਬ ਦੇਣ ਦੇ ਲਈ ਨਹੀਂ ਪਹੁੰਚੀ? ਅੱਜ ਇਸ ਪਿਓ ਨੇ ਆਪਣਾ ਪੁੱਤ ਖੋ ਦਿੱਤਾ ਹੈ, ਲੱਖਾਂ ਕਰੋੜਾਂ ਫੈਨਸ ਨੇ ਆਪਣਾ ਸੈਲੀਬ੍ਰਿਟੀ ਖੋ ਦਿੱਤਾ ਹੈ, ਇਸ ਮਾਂ ਨੇ ਆਪਣਾ ਜਿਗਰ ਦਾ ਟੁਕੜਾ ਖੋ ਦਿੱਤਾ ਹੈ। 9 ਮਹੀਨੇ ਆਪਣੀ ਕੁੱਖ ਦੇ ਵਿੱਚ ਰੱਖਿਆ ਉਹ ਸ਼ੁਭਦੀਪ ਅੱਜ ਆਪਣੀ ਅੱਖਾਂ ਦੇ ਸਾਹਮਣੇ ਜਦੋਂ ਵੱਢਦਾ ਉਸ ਦਾ ਸਰੀਰ ਵੇਖੇਗੀ ਤਾਂ ਇਸ ਮਾਂ ਨੂੰ ਹੌਸਲਾ ਦੇਣ ਦੇ ਲਈ ਤੇ ਕੀ ਕੋਈ ਵਿਧਾਇਕ ਨਹੀਂ ਪਹੁੰਚ ਸਕਦਾ ਸੀ ਇੱਥੇ? ਕੀ ਕੋਈ ਨੁਮਾਇੰਦਾ ਸਰਕਾਰ ਦਾ ਜਿੱਥੇ ਪਹੁੰਚ ਨਹੀਂ ਸਕਦਾ ਸੀ? ਕਿ ਆ ਕੇ ਉਹ ਇਹ ਕਹਿ ਨਹੀਂ ਸਕਦਾ ਸੀ ਕਿ ਅਸੀਂ ਹੈਗੇ ਆ, ਅਸੀਂ ਵੇਖਾਂਗੇ, ਤੁਸੀਂ ਚਿੰਤਾ ਨਹੀਂ ਕਰਨੀ, ਅਸੀਂ ਇਨਸਾਫ ਦਵਾਂਗੇ, ਅਸੀਂ ਇਨਸਾਫ ਕਰਾਂਗੇ, ਅਸੀਂ ਉਹਨਾਂ ਕਾਤਲਾਂ ਨੂੰ ਸਜ਼ਾਵਾਂ ਦੇਵਾਂਗੇ ਜਿਨ੍ਹਾਂ ਕਾਤਲਾਂ ਨੇ ਇਹ ਭਾਣਾ ਪੰਜਾਬ ਦੇ ਵਿੱਚ ਵਾਪਰਾਇਆ ਹੈ। ਅੱਜ ਹਰ ਮਾਂ ਇਹ ਸਵਾਲ ਕਰ ਰਹੀ ਹੈ ਕਿ ਅੱਜ ਇਸ ਮਾਂ ਦੇ ਨਾਲ ਜੋ ਹੋਇਆ ਕਿ ਕੱਲ ਨੂੰ ਇਸ ਦੀ ਜਗ੍ਹਾ ਤੇ ਮੇਰਾ ਪੁੱਤ ਨਹੀਂ ਹੋਏਗਾ, ਸਰਕਾਰ ਉਸ ਦੀ ਜ਼ਿੰਮੇਵਾਰੀ ਲੈਂਦੀ ਹੈ ਕਿ ਸਰਕਾਰ ਉਸ ਦੀ ਜਵਾਬਦੇਹੀ ਦੇ ਸਕਦੀ ਹੈ? ਅੱਜ ਇਸ ਪਿਓ ਦੀ ਲੱਥੀ ਇਸ ਪੱਗ ਨੂੰ ਸੰਭਾਲਣ ਦੇ ਲਈ ਕਿ ਕੀ ਕੋਈ ਨਹੀਂ ਆ ਸਕਦਾ ਸੀ? ਆਮ ਆਦਮੀ ਪਾਰਟੀ ਦਾ ਕੋਈ ਆਮ ਆਦਮੀ ਅੱਜ ਇਸ ਆਮ ਆਦਮੀ ਦਾ ਦਰਦ ਸਮਝਣ ਦੇ ਲਈ ਕਿ ਇੱਥੇ ਨਹੀਂ ਸੀ ਆ ਸਕਦਾ, ਇਸ ਲੱਥੀ ਪੱਗ ਨੂੰ ਹੱਥ ਲਾਉਣ ਦੇ ਲਈ ਕਿ ਕੋਈ ਨਹੀਂ ਸੀ ਪਹੁੰਚ ਸਕਦਾ, ਇਸ ਪਿਓ ਦੇ ਮੋਢਿਆਂ ਤੇ ਹੱਥ ਰੱਖ ਕੇ ਇਸ ਪਿਓ ਨੂੰ ਜੱਫੀ ਪਾ ਕੇ ਰੋਣ ਦੇ ਲਈ ਮੋਢਾ ਕਿਉਂ ਕੋਈ ਅੱਜ ਆਮ ਆਦਮੀ ਪਾਰਟੀ ਦੇ ਨਾਲ ਕਹਿੰਦਾ ਸੀ ਕਿ ਮੈਂ ਭੱਜਿਆ ਨਹੀਂ, ਮੈਂ ਕੈਨੇਡਾ ਨਹੀਂ ਗਿਆ, ਮੈਂ ਆਸਟ੍ਰੇਲੀਆ ਨਹੀਂ ਗਿਆ, ਮੈਂ ਆਪਣੇ ਪੰਜਾਬ 'ਚ ਰਹਿਣਾ ਪਸੰਦ ਕਰਦਾ। ਇਹ ਸਰਕਾਰ ਚਾਹੁੰਦੀ ਹੈ ਨਾ ਵੀ ਪੰਜਾਬ ਪੰਜਾਬ 'ਚ ਰਵੇ, ਪੰਜਾਬ ਆਸਟ੍ਰੇਲੀਆ ਨਾ ਜਾਵੇ, ਕੈਨੇਡਾ ਨਾ ਜਾਵੇ, ਅਮਰੀਕਾ ਨਾ ਜਾਵੇ। ਇਸ ਤਰ੍ਹਾਂ ਦੇ ਹੀ ਬਿਆਨ ਸਾਹਮਣੇ ਆਏ ਸੀ ਭਗਵੰਤ ਸਿੰਘ ਮਾਨ ਦੇ, ਮੁੱਖ ਮੰਤਰੀ ਪੰਜਾਬ ਦੇ, ਜਿਨ੍ਹਾਂ ਨੇ ਕਿਹਾ ਸੀ ਕਿ ਮੈਂ ਚਾਹੁੰਦਾ ਕਿ ਪੰਜਾਬ ਦਾ ਨੌਜਵਾਨ ਪੰਜਾਬ ਆਵੇ, ਅਸੀਂ ਕਹਿੰਦੇ ਆ ਪੰਜਾਬ ਆਵੇ। ਅੱਜ ਉਹ ਪੰਜਾਬ ਦੇ ਵਿੱਚ ਰਹਿੰਦਾ ਸੀ, ਅੱਜ ਉਹ ਇਸ ਤਰ੍ਹਾਂ ਤੁਰ ਗਿਆ। ਅੱਜ ਦੁੱਖ ਵੰਡਾਉਣ ਵੀ ਇਸ ਸਰਕਾਰ ਤੋਂ ਕੋਈ ਨੁਮਾਇੰਦਾ ਨਹੀਂ ਆ ਸਕਿਆ। ਆਖਰ ਕਿਉਂ? ਇਹ ਸਵਾਲ ਕਰ ਰਹੀ ਹੈ ਅੱਜ ਪੰਜਾਬ ਦੀ ਆਵਾਮ ਕਿ ਅੱਜ ਤੁਹਾਡੇ ਤੋਂ ਦੁੱਖ ਵੰਡਾਉਣ ਦੇ ਲਈ ਵੀ ਨਹੀਂ ਆਇਆ ਗਿਆ, ਅੱਜ ਤੁਸੀਂ ਇਸ ਪਰਿਵਾਰ ਦਾ ਹੌਸਲਾ ਬਣਨ ਦੇ ਲਈ ਵੀ ਨਹੀਂ ਪਹੁੰਚੇ। ਇਹ ਪਰਿਵਾਰ ਤੁਹਾਡੇ ਤੋਂ ਇਨਸਾਫ ਦੀ ਦਰਕਾਰ ਕਰਦਾ ਹੈ, ਪਰ ਇਨਸਾਫ ਤਾਂ ਤੁਸੀਂ ਸਮੇਂ ਦੇ ਨਾਲ ਦੋਗੇ। ਅੱਜ ਇੱਥੇ ਆ ਕੇ ਹੌਸਲਾ ਤਾਂ ਦੇ ਸਕਦੇ ਸੀ, ਅੱਜ ਇਸ ਪਿਓ ਦੇ ਮੋਢੇ ਤੇ ਹੱਥ ਰੱਖ ਕੇ ਉਸ ਨੂੰ ਕਹਿ ਸਕਦੇ ਸੀ ਕਿ ਅਸੀਂ ਹੈਗੇ ਆ, ਇਨਸਾਫ ਕਰਾਂਗੇ, ਇਨਸਾਫ ਲੈ ਕੇ ਦੇਵਾਂਗੇ। ਇਸ ਪਿਓ ਦੀ ਉਸ ਚਿੱਠੀ ਦਾ ਜਵਾਬ ਤੁਸੀਂ ਦਿੱਤਾ। ਅੱਜ ਕੀ ਇਹ ਪੂਰਾ ਮਾਹੌਲ ਇਸ ਵੇਲੇ ਸੋ ਇੱਥੇ ਤਸਵੀਰ ਤੁਸੀਂ ਦੇਖ ਪਾ ਰਹੇ ਹੋ, ਉਸ ਪੁਰਦੇ ਖਾਕ ਕਰ ਦਿੱਤਾ ਗਿਆ ਹੈ ਉਸ ਮਿੱਟੀ ਦੇ ਬੁੱਤ ਨੂੰ ਜਿਸ ਨੂੰ ਛੱਡ ਸਿੱਧੂ ਮੂਸੇਵਾਲਾ ਪਰਸੋਂ ਹੀ ਤੁਰ ਗਿਆ ਸੀ। ਇਹ ਆਖਰੀ ਨਿਸ਼ਾਨੀ ਉਸ ਦੀ ਇਸ ਜਹਾਨੋਂ ਜਾ ਚੁੱਕੀ ਹੈ। ਇਹ ਆਖਰੀ ਚੀਜ਼ ਜੋ ਉਸ ਦੇ ਨਾਲ ਜੁੜੀ ਹੋਈ, ਉਸ ਦਾ ਸਰੀਰ, ਸਭ ਤੋਂ ਅਹਿਮ ਤੇ ਅਜ਼ੀਜ਼ ਕਿਸੇ ਨੂੰ ਵੀ ਉਸ ਦਾ ਸਰੀਰ, ਉਸ ਨੂੰ ਅੱਗ ਦੀ ਭੇਟ ਕਰ ਦਿੱਤਾ ਗਿਆ।
ਇਹ ਤਸਵੀਰ ਤੁਸੀਂ ਦੇਖ ਪਾ ਰਹੇ ਹੋ, ਇਸੇ ਮਿੱਟੀ ਦਾ ਜੰਮਿਆ, ਇਸੇ ਮਿੱਟੀ ਦੇ ਵਿੱਚ ਸਪੁਰਦੇ ਖਾਕ ਹੋ ਗਿਆ। ਇਹ ਤਸਵੀਰ ਬੇहद ਹੀ ਅੱਜ ਭਾਵੁਕ ਕਰ ਦੇਣ ਵਾਲੀ ਤਸਵੀਰ ਹੈ। ਇਹ ਤਸਵੀਰਾਂ ਜੋ ਇਸ ਵੇਲੇ ਆਪਣੀ ਟੀਵੀ ਸਕਰੀਨ ਤੇ ਤੁਹਾਨੂੰ ਵਿਖਾ ਰਹੇ ਹਾਂ, ਇਹ ਤਸਵੀਰਾਂ ਜ਼ਾਹਿਰ ਤੌਰ ਤੇ ਯਕੀਨ ਕਰ ਪਾਉਣਾ ਮੁਸ਼ਕਿਲ ਹੋ ਰਿਹਾ ਹੈ ਕਿ ਇਹ ਉਹੀ ਸ਼ਖਸ ਹੈ ਜਿਸ ਨੂੰ ਹਮੇਸ਼ਾ ਸਟੇਜਾਂ ਤੇ ਗਾਉਂਦੇ ਦੇਖਿਆ, ਅੱਜ ਮਿੱਟੀ ਨਾਲ ਮਿੱਟੀ ਹੋਏ ਵੇਖ ਰਹੇ ਹਾਂ। ਕਿਹਾ ਕਿ ਜਿਸ ਮਾਂ ਦੇ ਲਈ ਮੈਂ ਪੁੱਤ ਬਣਾਂਗਾ, ਇਸ ਭੈਣ ਦੇ ਲਈ ਮੈਂ ਭਰਾ ਬਣਾਂਗਾ, ਜਿਸ ਪਿਤਾ ਦਾ ਪੁੱਤ ਨਹੀਂ ਹੈ ਉਸ ਲਈ ਮੈਂ ਪੁੱਤ ਬਣਾਂਗਾ। ਅੱਜ ਇਹ ਮਾਂ ਪਿਓ ਜਿਨ੍ਹਾਂ ਦਾ ਇਕਲੌਤਾ ਪੁੱਤਰ ਇਸ ਜਹਾਨ ਨੂੰ ਤੁਰ ਗਿਆ ਹੈ, ਜਿਨ੍ਹਾਂ ਦੀ ਜ਼ਿੰਦਗੀ ਇੱਥੇ ਖਤਮ ਹੁੰਦੀ ਇਹਨਾਂ ਨੂੰ ਜਾਪ ਰਹੀ ਹੈ, ਅੱਗੇ ਹਨੇਰਾ ਦਿਖ ਰਿਹਾ ਹੈ। ਅੱਜ ਕਿਉਂ ਇਸ ਮਾਂ ਪਿਓ ਦਾ ਪੁੱਤ ਬਣਨ ਦੇ ਲਈ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਆ? ਅੱਜ ਇਸ ਸਰੀਰ ਨੂੰ ਸਪੁਰਦੇ ਖਾਕ ਕਰ ਦਿੱਤਾ ਗਿਆ ਹੈ। ਇਹ ਆਖਰੀ ਨਿਸ਼ਾਨੀ ਜੋ ਸਿੱਧੂ ਮੂਸੇਵਾਲੇ ਦੀ, ਕਿਉਂਕਿ ਸਿੱਧੂ ਮੂਸੇਵਾਲਾ ਤਾਂ ਪਰਸੋਂ ਹੀ ਤੁਰ ਗਿਆ ਸੀ, ਇਹ ਆਖਰੀ ਨਿਸ਼ਾਨੀ ਜੋ ਸਾਂਭ ਕੇ ਰੱਖੀ, ਜਿਸ ਨੂੰ ਦਸਤਾਰ ਦੇ ਨਾਲ ਬਲ ਰਹੇ ਪੰਜਾਬ ਦਾ ਯੂਥ ਜੋ ਸਵਾਲ ਕਰ ਰਿਹਾ ਹੈ ਕਿ ਆਖਰ ਕਿਉਂ ਇੱਥੇ ਬਲਦਾ ਸਿੱਧੂ ਮੂਸੇਵਾਲੇ ਦਾ ਮ੍ਰਿਤਕ ਸਰੀਰ ਸਵਾਲ ਕਰ ਰਿਹਾ ਹੈ ਕਿ ਤੁਸੀਂ ਕਿਉਂ ਨਹੀਂ ਆ ਸਕੇ। ਇੱਥੇ ਉਮੜਿਆ ਹੈ ਜਨ ਸੈਲਾਬ ਤੇ ਤਸਵੀਰਾਂ ਉਸ ਵੇਲੇ ਦੀਆਂ ਜਦੋਂ ਮ੍ਰਿਤਕ ਦੇਹ ਨੂੰ ਇੱਥੇ ਲਿਆਂਦਾ ਗਿਆ, ਜਦੋਂ ਇਸ ਪਿਤਾ ਨੇ ਆਪਣੀ ਪੱਗ ਲਾ ਕੇ ਲੋਕਾਂ ਦੇ ਕਦਮਾਂ 'ਚ ਰੱਖ ਦਿੱਤੀ, ਜਦੋਂ ਇਸ ਪਿਤਾ ਨੇ ਲੋਕਾਂ ਦਾ ਸ਼ੁਕਰੀਆ ਅਦਾ ਕੀਤਾ ਇੱਥੇ ਪਹੁੰਚਣ ਦੇ ਲਈ, ਪਰਿਵਾਰ ਦੇ ਨਾਲ ਸਹਾਈ ਹੋਣ ਦੇ ਲਈ। ਇਹ ਪਿਤਾ ਜੋ ਆਪਣੇ ਪਰਿਵਾਰ ਨੂੰ ਵੀ ਸੰਭਾਲ ਰਿਹਾ ਸੀ, ਆਪਣੀ ਪਤਨੀ ਨੂੰ, ਆਪਣੇ ਹਮਸਫਰ ਨੂੰ ਵੀ ਸੰਭਾਲ ਰਿਹਾ ਹੈ, ਉਸ ਨੂੰ ਕਹਿ ਰਿਹਾ ਹੈ ਕਿ ਵੇਖ ਕਿੱਦਾਂ ਅੱਜ ਆਪਣੇ ਪੁੱਤ ਨੂੰ ਇਹ ਵਿਦਾਈ ਦੇਣ ਦੇ ਲਈ ਪੂਰਾ ਪੰਜਾਬ ਇਕੱਠਾ ਹੋਇਆ, ਪੂਰਾ ਪੰਜਾਬ ਪਹੁੰਚ ਗਿਆ, ਪਰ ਸਾਡੀ ਸੂਬੇ ਦੀ ਸਰਕਾਰ ਦੀ ਕੋਈ ਜਵਾਬਦੇਹੀ ਨਹੀਂ। ਕੀ ਇਸ ਲੱਤੀ ਪੱਗ ਦਾ ਜਵਾਬ ਅੱਜ ਮਾਨ ਸਾਹਿਬ ਦੇ ਸਕਦੇ ਨੇ? ਆਪਣੀ ਗੈਰ ਮੌਜੂਦਗੀ ਦਾ ਕੀ ਇੱਥੇ ਜਵਾਬ ਦੇ ਸਕਦੀ ਹੈ ਪੰਜਾਬ ਸਰਕਾਰ? ਇਹ ਲਗਾਤਾਰ ਤਸਵੀਰਾਂ ਨੇ ਤੁਹਾਡੀ ਟੀਵੀ ਸਕਰੀਨ ਤੇ ਅੰਤਿਮ ਰਸਮਾਂ ਅਦਾ ਕਰ ਦਿੱਤੀਆਂ ਗਈਆਂ ਨੇ, ਅੰਤਿਮ ਵਿਦਾਈ ਹੋ ਗਈ ਹੈ। ਅੰਤਿਮ ਇਹ ਤਸਵੀਰ ਜੋ ਇਸ ਵੇਲੇ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ, ਇਹ ਤਸਵੀਰਾਂ ਨੇ ਜੋ ਹਮੇਸ਼ਾ ਦੇ ਲਈ ਯਾਦਾਂ ਦੇ ਵਿੱਚ ਰਹਿ ਜਾਣਗੀਆਂ। ਉਹ ਤਸਵੀਰਾਂ ਨੇ ਜਿਸ ਤੋਂ ਬਾਅਦ ਹਰ ਕੋਈ ਇਹ ਯਕੀਨ ਕਰ ਸਕੇਗਾ ਕਿ ਇਹ ਸ਼ਖਸ ਵਾਕਈ ਹੀ ਸਾਡੇ ਵਿਚਕਾਰ ਨਹੀਂ ਰਿਹਾ। ਯਕੀਨ ਕਰ ਪਾਉਣਾ ਹੁਣ ਤੱਕ ਮੁਸ਼ਕਿਲ ਲੱਗ ਰਿਹਾ ਸੀ ਕਿ ਉਹ ਸ਼ਖਸ ਜੋ ਬੜੇ ਮਾਣ ਦੇ ਨਾਲ ਕਹਿੰਦਾ ਸੀ ਕਿ ਮੈਂ ਕਦੇ ਆਪਣੀ ਧਰਤੀ ਤੋਂ ਭੱਜਿਆ ਨਹੀਂ, ਉਹ ਸ਼ਖਸ ਜੋ ਲੈ ਸਕਦਾ ਸੀ, ਮੈਂ ਆਸਟ੍ਰੇਲੀਆ ਵੀ PR ਲੈ ਸਕਦਾ ਸੀ, ਮੈਂ ਵੀ ਮੋਹਾਲੀ ਚੰਡੀਗੜ੍ਹ ਕੋਠੀ ਪਾ ਸਕਦਾ ਸੀ, ਪਰ ਮੈਂ ਅੱਜ ਆਪਣੇ ਲੋਕਾਂ ਦੇ ਵਿਚਕਾਰ, ਆਪਣੇ ਪਿੰਡ ਦੇ ਵਿੱਚ, ਆਪਣੇ ਪੰਜਾਬ ਦੇ ਵਿੱਚ ਰਹਿਣਾ। ਅੱਜ ਉਹ ਸ਼ਖਸ ਆਪਣੀ ਹੀ ਮਿੱਟੀ ਤੇ ਮਿੱਟੀ ਹੋ ਗਿਆ। ਬੇहद ਹੀ ਹਿਰਦਾ ਬਲੁੰਦਰਨ ਵਾਲੀਆਂ ਇਹ ਤਸਵੀਰਾਂ ਜੋ ਇਸ ਵੇਲੇ ਤੁਸੀਂ ਦੇਖ ਰਹੇ ਹੋ। ਇਹਨਾਂ ਤਸਵੀਰਾਂ ਨੂੰ ਵੇਖ ਕੇ ਇਹ ਵੀ ਜ਼ਰੂਰ ਅਹਿਸਾਸ ਹੁੰਦਾ ਹੈ ਕਿ ਜ਼ਿੰਦਗੀ ਦੀ ਸੱਚਾਈ, ਕਿ ਇਸ ਪਰਿਵਾਰ ਨੂੰ ਪਰਮਾਤਮਾ ਇਹ ਭਾਣਾ ਮੰਨਣ ਦਾ ਬਲ ਬਖਸ਼ੇ। ਜਿਸ ਤਰ੍ਹਾਂ ਇਹ ਮਾਂ ਪਿਓ ਇਸ ਵੇਲੇ ਟੁੱਟੇ ਹੋਏ ਨੇ, ਜ਼ਰ-ਜ਼ਰ ਨਜ਼ਰ ਆ ਰਹੇ ਨੇ, ਇਹਨਾਂ ਨੂੰ ਪਰਮਾਤਮਾ ਸੰਭਾਲ ਲਵੇ। ਜੋ ਪ੍ਰਸ਼ੰਸਕ, ਜੋ ਫੈਨਸ ਪਹੁੰਚੇ ਹੋਏ ਨੇ, ਉਹ ਵੀ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੇ ਨੇ ਤੇ ਅੱਜ ਦੇ ਨਹੀਂ ਕਈ ਤਿੰਨ ਦਿਨਾਂ ਦੇ ਇੱਥੇ ਮੌਜੂਦ ਨੇ, ਕਿਉਂਕਿ ਬੀਤੇ ਰੋਜ਼ ਵੀ ਇਸੇ ਚੀਜ਼ ਦਾ ਜ਼ਿਕਰ ਹੋ ਰਿਹਾ ਸੀ ਕਿ